ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਯੁਗੋ ਯੁਗ ਅਟਲ ਚਬਰ ਤਖਤ ਦੇ ਮਾਲਕ ਸਤਕਾਰੇ ਅਰਸ਼ मुजस्मा या बेहयात रहबर कामल अकमल गुरु ग्रंथ साहब सच्चे पातशाह जी दे पावन मुबारक चरणों दे विच आप अमृत वेले तो नतमस्तक हो रहे हो। ये जो विसाख का महीना है, बिक्रमी संमत का ये दूसरा महीना है। खालसाई साल गुरु ग्रंथ साहब सच्चे पातशाह जी के फलसफे के अनुसार ये नवे साल का दूसरा महीना है। सतगुरु गुरु अर्जन देव सच्चे पातशाह जी पावन बाणी दे अंदर बख्शिश करते ने, वैसाख धीरन क्यों वाढियां जिन्ना प्रेम विशो। वैसाख के महीने अंदर सतगुरु कहते वैसाख धीरन क्यों वाढियां जिन्ना प्रेम विशो। वैसाख के महीने के अंदर उन्हां मनुखां दे अंदर धीरज किवें हो सकता है जिहड़े मनुख अकाल पुरख वाहिगुरू की बंदगी तो विछड़े ने। वैसाख धीरन क्यों वाढियां, माझे दे विच एक शब्द वरत्या जाता वांडे। वांडे का भाव हुंदा है अपने घर तो दूर किते रिश्तेदारी दे विच चले जाइए। गुरु अर्जन देव सच्चे पातशाह जी बख्शिश करते हैं, कहते जिहड़े मनुख अकाल पुरख वाहिगुरू की बंदगी तो दूर ने उन्होंने धीरज किवें हो सकता है। जिन्ना प्रेम विशो हो, जिन्हां दे हिरदे अंदर अकाल पुरख वाहिगुरू के प्रति प्रेम नहीं है, जिहड़े हिरदे प्रेम तो सखने ने। बाबा फरीद साहब कहते बिरहा बिरहा अखिए बिरहा तू सुल्तान फरीदा, जित तन बिरहो ना उपजै सो तन जान मसान। जिन्हां हिरदियां दे अंदर अकाल पुरख वाहिगुरू की याद नहीं है ना, वो तो शमशान की न्याई ने। बाबा जी एक होर उदाहरण दिंदे ने, फरीदा तिन्ना मुख डरावने जिन्ना विसारिया नाओ इत्थे दुख कनेरिया अगे ठौर ना ठाओ। कहने लगे जिन्हों ने अकाल पुरख वाहिगुरू की याद विसारी है उन्हों के अंदर टिका किवें हो सकता है। तो याद विसरन का कोई कारण भी होंदा है। सतगुरु कहते हर साजन पुरख विसार कै लगी माया तो।
ਵਿਸਾਖ ਦੇ ਮਹੀਨੇ ਅੰਦਰ ਅਕਾਲ ਪੁਰਖ ਵਾਹਿਗੁਰੂ ਨੂੰ ਵਿਸਾਰ ਦਿੱਤਾ ਤੇ ਕਾਰਨ ਹੈ ਮਾਇਆ। ਹਰ ਸਾਜਨ ਪੁਰਖ ਵਿਸਾਰ ਕੈ। ਦੋ ਪਰਸਨ ਨੇ, ਇੱਕ ਨਿਰੰਕਾਰ ਤੇ ਇੱਕ ਨਿਰੰਕਾਰ ਦੀ ਪੈਦਾ ਕੀਤੀ ਹੋਈ ਮਾਇਆ। ਹੁਣ ਨਿਰੰਕਾਰ ਵਿਸਾਰਤਾ ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤਾਂ ਚੰਗੀਆਂ ਲੱਗਦੀਆਂ ਨੇ, ਦਾਤਾ ਵਿਸਾਰ ਦਿੱਤਾ। ਸਤਿਗੁਰੂ ਕਹਿੰਦੇ ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਤੋਂ। ਜਿਹੜਾ ਮਨੁੱਖ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਦਾ ਹੈ, ਅਕਾਲ ਪੁਰਖ ਵਾਹਿਗੁਰੂ ਦੇ ਪ੍ਰਭਾਵ ਹੇਠ ਜਾਉਂਦਾ ਹੈ, ਉਹਦੀ ਹੋਂਦ ਨੂੰ ਕਬੂਲਦਾ ਹੈ, ਸਤਿਗੁਰੂ ਕਹਿੰਦੇ ਉਹ ਮਨੁੱਖ ਦਾ ਬੋਲਣਾ ਪਰਮਾਤਮਾਮਈ ਹੋਵੇਗਾ। ਉਹਦੇ ਬੋਲਾਂ 'ਚ ਪ੍ਰੇਮ ਹੋਵੇਗਾ, ਉਹਦੇ ਕਾਰਜਾਂ ਦੇ ਵਿੱਚ ਪਰਉਪਕਾਰ ਦੀ ਭਾਵਨਾ ਹੋਵੇਗੀ, ਉਹਦੀ ਤਕਣੀ ਦੇ ਵਿੱਚ ਸਭ ਦਾ ਭਲਾ ਹੋਵੇਗਾ, ਉਹਦੀ ਤੁਰਨੀ ਦੇ ਵਿੱਚ ਉਦਮ ਹੋਵੇਗਾ, ਹਰ ਇੱਕ ਚੀਜ਼ ਦੇ ਨਾਲੋਂ ਉਹਦਾ ਮੋਹ ਘੱਟ ਹੋਵੇਗਾ। ਜਿਹੜਾ ਪਰਮਾਤਮਾਮਈ ਹੋਵੇਗਾ, ਜਿਸ ਹਿਰਦੇ ਦੇ ਅੰਦਰ ਪਰਮਾਤਮਾ ਦਾ ਪ੍ਰਭਾਵ ਹੋਵੇਗਾ। ਕਿਉਂਕਿ ਜਿਹੜਾ ਮਨੁੱਖ ਦਾ ਮਨ ਹੈ ਨਾ, ਮਨ ਪਰਮਾਤਮਾ ਦੀ ਅੰਸ਼ ਹੈ, ਪਰ ਇਹ ਜਿਸ ਦੀ ਅੰਸ਼ ਹੈ ਉਸ ਦੇ ਪ੍ਰਭਾਵ ਨੂੰ ਨਹੀਂ ਕਬੂਲਦਾ, ਇਹ ਮਾਇਆ ਦੇ ਪ੍ਰਭਾਵ ਨੂੰ ਕਬੂਲ ਰਿਹਾ ਹੈ। ਪਰ ਜਿਹੜੇ ਹਿਰਦੇ ਨਿਰੰਕਾਰ ਦੇ ਪ੍ਰਭਾਵ ਨੂੰ ਕਬੂਲਦੇ ਨੇ, ਉਹਦੀ ਹੋਂਦ ਨੂੰ ਮੰਨਦੇ ਨੇ, ਉਹਨਾਂ ਹਿਰਦਿਆਂ ਦੇ ਵਿੱਚ ਹਮੇਸ਼ਾ ਬੰਦਗੀ ਚੱਲਦੀ ਰਹਿੰਦੀ ਹੈ ਤੇ ਉਹ ਅਰਦਾਸ ਕਰਦੇ ਨੇ, ਤੇਰੀ ਪਨੈ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦ ਖੈਰ ਦੀਜੈ ਬੰਦਗੀ। ਜਿਹੜੇ ਹਿਰਦੇ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਨੂੰ ਕਬੂਲਦੇ ਆ, ਉਹ ਇਹੀ ਦੁਆ ਕਰਦੇ ਨੇ, ਮਹਾਰਾਜ ਬੰਦਗੀ ਦੀ ਦਾਤ ਦਿਓ। ਤੇ ਬੰਦਾ ਹੀ ਉਹ ਹੈ ਜਿਹੜਾ ਬੰਦਗੀ ਕਰਦਾ ਹੈ, ਬਾਕੀ ਤੇ ਪਸ਼ੂ ਨੇ ਸਾਰੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਕਰਤੂਤਾਂ ਪਸ਼ੂਆਂ ਵਾਲੀਆਂ ਨੇ, ਜੀਵਨ ਮਨੁੱਖ ਦਾ ਹੈ। ਬੜੀ ਵੱਡੀ ਵਿਡੰਬਨਾ ਹੈ, ਪਰ ਸਤਿਗੁਰੂ ਕਹਿੰਦੇ ਅਸਲ ਦੇ ਵਿੱਚ ਕਾਰਨ ਇਹ ਹੈ ਕਿ ਇਹਦਾ ਮਨ ਮਾਇਆ ਤੋਂ ਪ੍ਰਭਾਵਿਤ ਹੋ ਗਿਆ। ਹਰ ਸਾਜਨ ਪੁਰਖ ਵਿਸਾਰ ਕੈ, ਨਿਰੰਕਾਰ ਨੂੰ ਵਿਸਾਰ ਦਿੱਤਾ। ਕਿੰਨੇ ਕੁ ਸਰੀਰ ਬੈਠੇ ਨੇ ਇੱਥੇ, ਇੰਨੇ ਕੁ ਸਰੀਰ ਨੇ ਜਿਹੜੇ ਨਿਰੰਕਾਰ ਦੇ ਪ੍ਰਭਾਵ ਨੂੰ ਕਬੂਲਦੇ ਨੇ, ਬਹੁ ਗਿਣਤੀ ਨਹੀਂ ਕਬੂਲਦੀ। ਇਸੇ ਵਾਸਤੇ ਸਤਿਗੁਰਾਂ ਨੇ ਐਲਾਨੀਆਂ ਕਿਹਾ ਵੀ ਨਿਰੰਕਾਰ ਨੂੰ ਵਿਸਾਰ ਕੇ ਮਾਇਆ ਦੇ ਪ੍ਰਭਾਵ ਦੇ ਵਿੱਚ ਮਨੁੱਖ ਜਿਉ ਰਿਹਾ ਹੈ। ਲੱਗੀ ਮਾਇਆ ਧੋ ਕਹਿੰਦੇ ਨੇ ਝੂਠ ਨੂੰ, ਤੇ ਝੂਠ ਕਦੀ ਵੀ ਨਾਲ ਨਹੀਂ ਨਿਭਦਾ। ਝੂਠ ਦੀ ਹੋਂਦ ਨਹੀਂ ਹੁੰਦੀ, ਝੂਠ ਬੇਹੁੰਦਾ ਹੁੰਦਾ ਹੈ, ਸੱਚ ਦੀ ਹੋਂਦ ਹੈ। ਸੱਚ ਪੁਰਾਣਾ ਹੋਵੇ ਨਾਹੀਂ, ਸੀਤਾ ਕਦੇ ਨਾ ਪਾਟੈ। ਸੱਚ ਹੈ ਜੋ
वो आद तो सच है, आद सच जुगाद सच है भी सच, नानक होसी भी सच। सच निरंकार है, ਉਹਦਾ नाम है। सतगुरु कहते हर साजन पुरख विसार कह, लगी माया तोह। हुण माया का की रूप है? पुत्र कलत्तर ना संग तना, हरे विनाशी हो। हुण पुत्र ਧੀਆਂ ਧਨ ਪਦਾਰਥ ਇਹ ਨਿਰੰਕਾਰ ਦੀ ਦਾਤ ਹੈ, ਪਰ ਇਹ ਮਾਇਆ ਕਦੋਂ ਬਣਦੇ ਨੇ? ਇੱਥੇ ਸਵਾਲ ਪੈਦਾ ਹੋ ਜਾਂਦਾ ਹੈ ਵੀ ਸਭ ਕੁਝ ਨਿਰੰਕਾਰ ਨੇ ਪੈਦਾ ਕੀਤਾ ਹੈ, ਇਹ ਮਾਇਆ ਵੀ ਤੇ ਉਸੇ ਦੀ ਪੈਦਾ ਕੀਤੀ ਹੈ। ਫਿਰ ਤੁਸੀਂ ਕਹਿ ਰਹੇ ਹੋ ਵੀ ਮਾਇਆ ਨਾਲ ਨਹੀਂ ਜਾਂਦੀ ਤੇ ਪੁੱਤਰ ਧੀਆਂ ਇਹ ਵੀ ਤੇ ਸਾਰੇ ਮਾਇਆ ਹੀ ਨੇ। ਇਹਦਾ ਮਤਲਬ ਇਸ ਝਮੇਲੇ ਦੇ ਅੰਦਰ ਉਹਨੇ ਸਾਨੂੰ ਆਪ ਹੀ ਪਾਇਆ। ਬਿਲਕੁਲ ਸਹੀ ਹੈ, ਇਹ ਬਾਤ ਦੁਰਸਤ ਹੈ, ਪਰ ਇਹਨੂੰ ਸਮਝਣ ਦੀ ਲੋੜ ਹੈ। ਸਤਿਗੁਰੂ ਕਹਿੰਦੇ ਪੁੱਤਰ, ਜਿਹੜਾ ਪੁੱਤਰ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦੇ ਵਿੱਚ ਤੇਰੇ ਲਈ ਵਾਧਾ ਬਣ ਰਿਹਾ ਹੈ, ਜਿਹੜੀ ਇਸਤਰੀ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਵਿੱਚ ਤੇਰੇ ਵਾਸਤੇ ਅੜਚਣ ਬਣ ਰਹੀ ਹੈ, ਉਹ ਮਾਇਆ ਹੈ। ਜਿਹੜੀ ਮਾਇਆ ਤੇਰੇ ਮਨ ਨੂੰ ਵਿਚਲਿਤ ਕਰ ਰਹੀ ਹੈ, ਤੈਨੂੰ ਨਿਰੰਕਾਰ ਦੀ ਬੰਦਗੀ ਤੋਂ ਦੂਰ ਕਰ ਰਹੀ ਹੈ, ਉਹ ਮਾਇਆ ਹੈ। ਜਿਹੜਾ ਪੁੱਤਰ ਤੇਰੀ ਮਦਦ ਕਰਦਾ ਹੈ। ਫਰਜ਼ ਕਰੋ ਇੱਕ ਬਜ਼ੁਰਗ ਨੇ ਗੁਰੂ ਘਰ ਆਉਣਾ ਹੈ, ਪੁੱਤਰ ਸਵੇਰੇ ਉੱਠਦਾ ਹੈ, ਪਾਣੀ ਗਰਮ ਕਰਕੇ ਦਿੰਦਾ, ਬਾਪੂ ਗੁਰਦੁਆਰੇ ਜਾ। ਉਹ ਪੁੱਤਰ ਮਾਇਆ ਨਹੀਂ ਹੈ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਸੋ ਭਾਈ ਸੋ ਮੇਰਾ ਵੀਰ। ਉਹੀ ਪੁੱਤਰ ਇਸ਼ਨਾਨ ਕਰਕੇ ਗੁਰਦੁਆਰੇ ਆਉਂਦਾ ਹੈ, ਪਾਣੀ ਪੜ੍ਹਦਾ ਹੈ, ਆਪਣੇ ਪਿਤਾ ਨੂੰ ਗੁਰਬਾਣੀ ਦਾ ਉਪਦੇਸ਼ ਸੁਣਾਉਂਦਾ ਹੈ, ਉਹ ਮਾਇਆ ਨਹੀਂ ਹੈ, ਉਹ ਤੇ ਸਹਾਇਕ ਹੈ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਐਸੇ ਮਨੁੱਖਾਂ ਦੇ ਮੇਲ ਨੂੰ ਤੇ ਅਸੀਂ ਰੋਜ਼ ਅਰਦਾਸਾਂ ਕਰਦੇ ਹਾਂ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ, ਕਿਉਂਕਿ ਉਹ ਪਿਆਰੇ ਵੀ ਤੇ ਨਿਰੰਕਾਰ ਦੀ ਇਸ ਦੁਨੀਆ ਅੰਦਰ ਰਹਿੰਦੇ ਨੇ, ਇਸੇ ਆਲਮ ਦੇ ਅੰਦਰ ਰਹਿੰਦੇ ਨੇ। ਉਹ ਵੀ ਇਕਨਾਂ ਨੂੰ ਅਸੀਂ ਲੋਚਦੇ ਹਾਂ, ਪਰ ਇਕਨਾਂ ਨੂੰ ਸਤਿਗੁਰਾਂ ਨੇ ਮਾਇਆ ਕਹਿ ਦਿੱਤਾ ਵੀ ਇਹ ਮਾਇਆ ਹੈ। ਪੁੱਤਰ ਕਲੱਤਰ ਨਾ ਸੰਗ ਤਨਾ, ਮਾਇਆ ਨਾਲ ਨਹੀਂ ਜਾਂਦੀ, ਪਰ ਜਿਹਨੇ ਨਾਲ ਜਾਣਾ ਹੈ ਉਹ ਹੈ ਹਰ ਅਵਿਨਾਸੀ, ਉਹ ਨਿਰੰਕਾਰ ਜਿਹੜਾ ਨਾਸ਼ ਤੋਂ ਰਹਿਤ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਕਹਿੰਦੇ ਪਲਚ ਪਲਚ ਸਗਲੀ ਮੋਈ, ਝੂਠੇ ਤੰਦੇ ਮੋਹ। ਵਾਰ ਵਾਰ, ਪਲਚ ਦਾ ਅਰਥ ਹੈ ਵਾਰ ਵਾਰ, ਸਗਲੀ ਮੋਈ, ਸਾਰੇ ਇਸ ਰਸਤੇ ਚਲੇ ਗਏ ਨੇ। ਜਨਮ ਦਰ ਜਨਮ ਇਹ ਪ੍ਰੋਸੈਸ ਚੱਲ ਰਿਹਾ ਹੈ। ਝੂਠੇ ਧੰਦੇ ਮੋਹ, ਝੂਠ ਦੇ ਧੰਦਿਆਂ ਵਿੱਚ ਮੋਹ ਪਾ ਕਰਕੇ ਨਿਰੰਕਾਰ ਵਿਸਰ ਗਿਆ। ਸਤਿਗੁਰੂ ਕਹਿੰਦੇ ਇੱਕ ਸਹਰ ਕੇ ਨਾਮ ਬਿਨ ਅੱਗੇ ਲਈਏ ਖੋਹੇ। ਅਕਾਲ ਪੁਰਖ ਵਾਹਿਗੁਰੂ ਦੇ ਇੱਕ ਨਾਮ ਤੋਂ ਬਿਨਾ, ਉਹਦੀ ਬੰਦਗੀ ਤੋਂ ਬਿਨਾ ਜੋ ਤੂੰ ਵਟਿਆ ਖਟਿਆ ਕਮਾਇਆ ਤੇ ਵਰਤਿਆ, ਕਰਮ ਧਰਮ ਪਾਖੰਡ ਜੋ ਦਿਸੈ, ਤਿਨ ਜਮ ਜਗਾਤੀ ਲੁੱਟਿਆ ਜਾਵੇਗਾ ਸਭ ਕੁਝ।
ਇਹ ਵੀ ਮੈਂ ਅਰਜ਼ ਕਰਾਂ। ਪਰ ਸਤਿਗੁਰੂ ਕਹਿੰਦੇ ਨੇ, ਕਹਿੰਦੇ ਇੱਕ ਨਿਮਖ ਦਾ ਸਿਮਰਨ ਉਹ ਮਨੁੱਖ ਦੇ ਨਾਲ ਜਾਂਦਾ ਹੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਦ ਛੂਟੈ। ਗੁਰ ਕਾ ਬਚਨ ਬਸੈ ਜੀ ਨਾਲੇ, ਕੀਤੀ ਹੋਈ ਬੰਦਗੀ ਜਪਿਆ ਹੋਇਆ ਨਾਮ ਮਨੁੱਖ ਦੇ ਨਾਲ ਜਾਂਦਾ ਹੈ। ਸਤਿਗੁਰੂ ਕਹਿੰਦੇ ਦਈਓ ਵਿਸਾਰ ਵਿਗੁਚਣਾ, ਪ੍ਰਭ ਬਿਨ ਅਵਰ ਨਾ ਕੋਏ। ਵਿਸਾਰ ਦਿੱਤਾ ਨਿਰੰਕਾਰ ਨੂੰ, ਤੇ ਵਿਗੁਚਣ ਦਾ ਭਾਵ ਹੁੰਦਾ ਖੁਆਰ ਹੋਣਾ। ਜਿਹਨੇ ਨਿਰੰਕਾਰ ਨੂੰ ਵਿਸਾਰਤਾ ਨਾ, ਉਹਦੀ ਖੁਆਰੀ ਹੋਵੇਗੀ। ਉਹ ਇਸ ਜੀਵਨ ਦੇ ਵਿੱਚ ਵੀ ਤੇ ਮਰਨ ਤੋਂ ਬਾਅਦ ਵੀ ਖੱਜਲ ਖੁਆਰ ਹੁੰਦਾ ਰਹੇਗਾ। ਸਤਿਗੁਰੂ ਕਹਿੰਦੇ ਨੇ ਪਾਵਨ ਬਾਣੀ ਦੇ ਅੰਦਰ, ਹਰ ਬਿਸਰਤ ਸਦਾ ਖੁਆਰੀ, ਤਾ ਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ। ਵਾਹਿਗੁਰੂ ਵਿਸਾਰ ਦਿੱਤਾ ਤੇ ਖੁਆਰੀ ਤੇ ਹੋਵੇਗੀ। ਜਿਉਂਦੇ ਜੀ ਜਿਨ੍ਹਾਂ ਨੂੰ ਵਾਹਿਗੁਰੂ ਵਿਸਰਿਆ, ਉਹ ਸੰਸਾਰ ਦੇ ਵਿੱਚ ਖੁਆਰ ਹੁੰਦੇ ਫਿਰਦੇ ਨੇ। ਕਿਸ ਤਰ੍ਹਾਂ? ਗੁਰੂ ਤੇਗ ਬਹਾਦਰ ਗਰੀਬ ਨਵਾਜ ਕਹਿੰਦੇ, ਦਵਾਰ ਹੈ ਦਵਾਰ ਸਵਾਨ ਜੋ ਡੋਲਤ, ਨਹਿ ਸੁਧ ਰਾਮ ਭਜਨ ਕੀ। ਨਾਨਕ ਹਰ ਜਸ ਕਿਉਂ ਨਹੀਂ ਜਾਪੈ, ਕੁਮਤ ਬਿਨਾਸ ਤਨ ਕੀ। ਜਿਵੇਂ ਇੱਕ ਦੁਆਰੇ ਤੋਂ ਦੂਸਰਾ ਤੇ ਦੂਸਰੇ ਤੋਂ ਤੀਸਰਾ, ਸਾਰੀ ਰਾਤ ਇੱਕ ਸਵਾਨ ਇੱਕ ਕੁੱਤਾ ਘਰਾਂ ਦੇ ਚੌਂਕਿਆਂ ਦੇ ਉੱਤੇ ਭ੍ਰਮਣ ਕਰਦਾ ਰਹਿੰਦਾ ਹੈ। ਇਦੋਂ ਜ਼ਿਆਦਾ ਕੁਝ ਵੀ ਨਹੀਂ ਹੈ ਮਾਇਆ ਇਕੱਠੀ ਕਰਨ ਵਾਸਤੇ ਕੀਤੇ ਹੋਏ ਉਪਰਾਲੇ। ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਤ ਧਾਰਾ ਪਿਆਨ ਲੁਟਾਵੈ। ਸਤਿਗੁਰੂ ਕਹਿੰਦੇ ਨਿਰੰਕਾਰ ਵਿਸਾਰ ਦਿੱਤਾ, ਦਈਓ ਵਿਸਾਰ ਵਿਗੁਚਣਾ, ਪ੍ਰਭ ਬਿਨ ਅਵਰ ਨਾ ਕੋਏ। ਵਾਹਿਗੁਰੂ ਵਿਸਾਰ ਦਿੱਤਾ, ਜਿਹਦੇ ਤੋਂ ਬਿਨਾ ਕੋਈ ਵੀ ਨਹੀਂ ਹੈ ਜਿਹੜਾ ਨਾਲ ਖਲੋ ਜਾਵੇ। ਪਰ ਪ੍ਰੀਤਮ ਚਰਣੀ ਜੋ ਲੱਗੇ, ਤਿਨ ਕੀ ਨਿਰਮਲ ਸੋਏ। ਜਿਹੜੇ ਪ੍ਰੀਤਮ ਦੇ ਚਰਨਾਂ ਦੇ ਨਾਲ ਲੱਗੇ ਨੇ, ਉਹਨਾਂ ਦੀ ਸੋਭਾ ਇਸ ਸੰਸਾਰ ਦੇ ਵਿੱਚ ਲੋਕ ਤੇ ਪਰਲੋਕ ਦੇ ਵਿੱਚ ਹੁੰਦੀ ਹੈ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਤਿਗੁਰੂ ਕਹਿੰਦੇ ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਸਤਿਗੁਰੂ ਬੇਨਤੀ ਕਰਦੇ ਨੇ, ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ, ਇਹ ਜਿਹੜਾ ਸਰੀਰ ਮਿਲਿਆ ਹੈ, ਇਹ ਨਿਰੰਕਾਰ ਨੂੰ ਮਿਲਣ ਵਾਸਤੇ ਮਿਲਿਆ ਹੈ। ਭਈ ਪ੍ਰਾਪਤ ਮਾਨੁਖ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਵਾਹਿਗੁਰੂ ਨੂੰ ਮਿਲਣ ਦੀ ਵਾਰੀ ਹੈ ਤੇ ਤੇਰੇ ਚਰਨਾਂ 'ਚ ਬੇਨਤੀ ਹੈ, ਕਿਰਪਾ ਕਰਕੇ ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਤੂੰ ਮੈਨੂੰ ਮਿਲ ਪੈ, ਕਿਤੇ ਮੈਨੂੰ ਤੇਰੀ ਪ੍ਰਾਪਤੀ ਹੋ ਜਾਵੇ। ਵੈਸਾਖ ਸੁਹਾਵਾ ਤਾਂ ਲੱਗੈ, ਜਾਂ ਸੰਤ ਭੇਟੈ ਹੱਥ ਸੋਏ। ਵੈਸਾਖ ਦਾ ਮਹੀਨਾ ਉਹਨਾਂ ਨੂੰ ਚੰਗਾ ਲੱਗਦਾ ਹੈ ਜਿਨ੍ਹਾਂ ਨੂੰ ਸੰਗਤ ਪ੍ਰਾਪਤ ਹੁੰਦੀ ਹੈ। ਵੈਸਾਖ ਦਾ ਮਹੀਨਾ ਉਹਨਾਂ ਨੂੰ ਹੀ ਚੰਗਾ ਲੱਗਦਾ ਹੈ। ਇੱਕ ਵਿਦਵਾਨ ਇਹਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ, ਇਹ ਅਰਜ਼ ਕਰਕੇ ਮੈਂ ਸਮਾਪਤੀ ਕਰਾਂਗਾ। ਤੁਲसी इस संसार में 5 रतन है सार, संत मिलन हरि भजन दया दान उपकार। जिन्हां नूं ये 5 रतन प्राप्त हुंदे ने, ਉਹ ਸੰਸਾਰ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਆਪਣਾ ਜੀਵਨ ਸਫਲ ਕਰ ਲੈਂਦੇ ਨੇ। ਉਹਨਾਂ ਦਾ ਸੰਸਾਰ ਤੇ ਆਉਣਾ ਸਫਲ ਹੋ ਜਾਂਦਾ ਹੈ।
ਜਿਨ੍ਹਾਂ ਨੂੰ ਸੰਤ ਮਿਲਣ, ਹਰੀ ਭਜਨ, ਦਇਆ ਦਾਨ, ਉਪਕਾਰ। ਗੁਰੂ ਭਲਾ ਕਰੇ, ਸਭਨਾਂ ਦੀ ਹਾਜ਼ਰੀ ਪ੍ਰਵਾਨ ਕਰੇ, ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਬਾਣੀ ਦੇ ਅਨੁਸਾਰ ਜੀਵਨ ਦੀ ਜਾਚ ਬਖਸ਼ੇ। ਭੁੱਲ ਚੁੱਕ ਦੀ ਖਿਮਾ। ਦੋਨੋਂ ਹੱਥ ਜੋੜੀਏ, ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ